ਤੇ ਕਈ ਵਾਰੀ ਅਸੀਂ ਐਵੇਂ ਮੂੰਹ ਬਣਾ ਲੈਂਦੇ, ਨਹੀਂ ਇੰਜ ਨਾ ਕਰਿਆ ਕਰੋ, ਫੇਵਰ ਕਰਿਆ ਕਰੋ, ਮਦਦ ਕਰਿਆ ਕਰੋ, ਪੁੱਛਿਆ ਕਰੋ ਇੱਕ ਦੂਜੇ ਨੂੰ। ਤੁਹਾਡੇ ਤੁਸੀਂ ਕੱਖ ਵੀ ਨਾ ਕਰੋ, ਸਿਰਫ ਇੰਨਾ ਪੁੱਛ ਲਓ ਸਾਡੇ ਲਾਇਕ ਕੋਈ ਖਿਦਮਤ। ਮੈਂ ਤੁਹਾਨੂੰ ਇੱਕ ਅਕਲਮੰਦੀ ਦੀ ਗੱਲ ਦੱਸ, ਅਗਰ ਸਮਝਦਾਰ ਕੋਈ ਗਯੂਰ ਆਦਮੀ ਭਾਈ ਹੋਏਗਾ ਨਾ, ਉਹ ਮਾੜੇ ਤੋਂ ਮਾੜਾ ਵੀ ਕਰ ਲੇਗਾ, ਲੇਕਿਨ ਤੁਹਾਡੀ ਇੱਕ ਵਾਰੀ ਸੁਲ੍ਹਾ ਨੂੰ ਜ਼ਰੂਰ ਕਹੇਗਾ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ, ਮਿਹਰਬਾਨੀ ਜੀ, ਖੁਦਾ ਸਭ ਬਿਹਤਰ ਕਰੇਗਾ। ਤੇ ਚਿਹਰੇ ਤੇ ਸਾਨੂੰ ਵੀ ਨਜ਼ਰ ਆ ਜਾਂਦਾ ਹੈ ਵੀ ਕਿਹੜਾ ਬੰਦਾ ਸਾਨੂੰ ਦਿਲੋਂ ਕਹਿ ਰਿਹਾ ਜਾਂ ਜਦ ਬਸ ਇਹ ਕਹਿ ਰਿਹਾ ਯਾਰ ਇਹਨੇ ਉਹਨੇ ਪੁੱਛ ਲਿਆ। ਇਹ ਨਾ ਕਿ ਮੈਂ ਤੈਨੂੰ ਉਂਗਲ ਫੜਾਈ ਜਿਹਨੇ ਮੇਰੀ ਬਾਂਹ ਫੜ ਲਈ। ਹਮੇਸ਼ਾ ਇੱਕ ਦੂਜੇ ਦੀ ਹੈਲਪ ਕਰਿਆ ਕਰੋ, ਮਦਦ ਕਰਿਆ ਕਰੋ। ਅੱਜ ਤੁਸੀਂ ਕਿਸੇ ਦੇ ਨਾਲ ਖਲੋਵੋਗੇ, ਕੱਲ ਖੁਦਾਵੰਦ ਦੀ ਜ਼ਾਤ ਤੁਹਾਡੇ ਨਾਲ ਖਲੋਵੇਗੀ। ਆਮੀਨ। ਕੋਈ ਇੱਕ ਵਾਰੀ ਹੱਸ ਕੇ ਕਹੋ ਕੋਈ ਗੱਲ ਨਹੀਂ, ਔਖਾ ਕੰਮ ਤੇ ਮੈਂ ਦੱਸਿਆ ਕੋਈ ਨਹੀਂ ਤੈਨੂੰ। ਹਾਂ ਕਿਉਂ ਪਾਦਰੀ ਸਾਹਿਬ ਕੰਮ ਤੇ ਸੌਖਾ ਜਿਹਾ ਦੱਸਿਆ। ਪਹਿਲਾ ਅਸੂਲ ਤੁਹਾਨੂੰ ਇਹ ਦੱਸਿਆ ਵੀ ਖਾਣਾ ਜ਼ਾਇਆ ਨਹੀਂ ਕਰਨਾ, ਇੱਕ ਦੂਜੇ ਦਾ ਖਿਆਲ ਕਰਨਾ ਹੈ, ਇੱਕ ਦੂਜੇ ਦੇ ਨਾਲ ਖਲੋਣਾ ਹੈ। ਕੱਲ ਵੀ ਮਹਿੰਦੀ ਦੀ ਮੰਗਣੀ ਦੀ ਰਸਮ ਮਿਲਣੀ ਦੀ ਰਸਮ ਆ ਜਾਂਦੀ ਹੈ, ਉਸ ਟਾਈਮ ਵੀ ਭਾਈ ਮੀਨ ਪਹਿਲੇ ਤੋਂ ਤਿਆਰੀ ਹੋ ਜਾਵੇ। ਜੇ ਇੱਕ ਪੁੱਪੇ ਦੀ ਪਿਛਲੀ ਵਾਰੀ ਹੋਏ ਤਾਂ ਹੁਣ ਅਗਲੇ ਦੀ ਕਰਾ ਦਿਓ, ਇੱਕੇ ਵਾਰੀ ਦੀ ਨਹੀਂ, ਹਰ ਵਾਰੀ ਇੱਕੇ ਦੀ ਕਰਵਾਈ ਜਾਣੀ। ਉਹ ਦੂਜਾ ਫਿਰ ਨਾਰਾਜ਼ ਤੇ ਅਸੀਂ ਆਪ ਕਰਵਾ ਲਿਆ ਨਾ, ਉਹਨੇ ਕਹਿਣਾ ਅਗਲੀ ਵਾਰੀ ਵੀ ਇਹ ਤੇ ਅੱਜ ਵੀ ਇਹ ਨਹੀਂ। ਕੋਈ ਪੁੱਪਾ, ਕੋਈ ਖਾਲੂ, ਕੋਈ ਰਿਸ਼ਤੇਦਾਰ, ਕੋਈ ਚਾਚਾ, ਕੋਈ ਤਾਇਆ, ਕੋਈ ਨਾ ਕੋਈ ਬਦਲ ਕੇ ਭਾਜੀ ਹੁਣ ਮੁਸਕਰਾ ਕੇ ਕਹੋ, ਪਿਆਰ ਦੇ ਨਾਲ ਕਹੋ। ਪਿਆਰ ਦੇ ਵਿੱਚ ਬੜੀ ਤਾਕਤ ਹੈ। ਕਲਾਮ 'ਚ ਲਿਖਿਆ ਨਰਮ ਜ਼ੁਬਾਨ ਹੱਡੀ ਨੂੰ ਤੋੜ ਦਿੰਦੀ। ਕਿਉਂ ਬਾਜਾ ਸਾਹਿਬ? ਨਰਮੀ ਦੇ ਨਾਲ, ਪਿਆਰ ਦੇ ਨਾਲ, ਸ਼ਾਇਸਤਗੀ ਦੇ ਨਾਲ, ਸ਼ਗੁਫਤਗੀ ਦੇ ਨਾਲ, ਆਇਸ਼ਤਗੀ ਦੇ ਨਾਲ ਗੱਲ ਕਰਕੇ ਕਹੋ, ਤੁਹਾਡੀ ਗੱਲ ਹਰ ਬੰਦਾ ਸੁਣਨ ਲਈ ਤਿਆਰ ਬੈਠਾ। ਤੇ ਜੇ ਉਹਨੂੰ ਕਹਿਣਾ ਵੀ ਭਾਈ ਤੂੰ ਨਹੀਂ ਸਾਡੇ ਲੋ ਆ ਜਾਂ ਨਾ, ਪਰ ਅਸੀਂ ਉਹਨੂੰ ਹੀ ਕਹਿਣਾ, ਉਹ ਅੱਗੇ ਹੀ ਤਿਆਰ ਨਹੀਂ ਆਉਣ ਨੂੰ, ਉਹ ਤਾਂ ਮਜਬੂਰੀ ਨੂੰ ਆਉਣ ਡਿਆ। ਕਿਉਂਕਿ ਹਾਲਾਤ ਕੁਛ ਇੰਜ ਦੇ ਹੋਏ ਪਏ ਨੇ ਦੁਨੀਆ ਦੇ ਵਿੱਚ, ਔਰ ਖਾਸ ਤੌਰ ਤੇ ਸਾਡੇ, ਕਿ ਅੱਜ ਇੱਕ ਪੈਸਾ ਲਾਉਣ ਲੱਗਾ ਵੀ ਬੰਦਾ 10 ਵਾਰੀ ਸੋਚਦਾ ਇੱਥੇ ਲਾਵਾਂ। ਕਿਉਂਕਿ ਇਹ ਡੇਟਾਂ ਦੇ ਵਿੱਚ ਜਦੋਂ ਬਿਜਲੀ ਦੇ ਬਿੱਲ ਆਏ ਹੁੰਦੇ ਨੇ ਤੇ ਬੰਦੇ ਨੂੰ ਸ਼ਾਦੀ ਤੇ ਲਾਉਣਾ ਵਕਤ ਪਿਆ ਹੁੰਦਾ। ਸੋ ਲਿਹਾਜ਼ਾ ਛੋਟੀਆਂ ਛੋਟੀਆਂ ਚੀਜ਼ਾਂ ਤੇ ਇੱਕ ਦੂਜੇ ਦੀ ਫੇਵਰ ਕਰੋ। ਤੇ ਕਲਾਮ ਦੇ ਵਿੱਚੋਂ ਇਹ ਖਾਸ ਹਵਾਲਾ ਤੁਹਾਡੇ ਵਾਸਤੇ ਤੇ ਫੈਮਿਲੀ ਵਾਸਤੇ ਹੈ। ਇਹ ਪੜ੍ਹ ਕੇ ਤੇ ਅਸੀਂ ਕਲੋਜ਼ ਕਰਾਂਗੇ। ਟਾਈਮ ਆਪਣਾ ਵੇਖ ਲਓ, ਗਿਣਤੀ ਦੇ ਕੋਈ 5 ਤੋਂ 7 ਮਿੰਟ ਲੈ ਕੇ ਅਸੀਂ ਇਹਨੂੰ ਬੰਦ ਕਰਨ ਲੱਗੇ ਹਾਂ। यूहन्ना रसूल दी मार्फत खुदावंद यीशु मसीह दी लिखी गई इंजील उसका 3रा बाब और उसकी पहली आयत तो असी पढ़ांगे। कलाम में यूं लिखा है, फिर तीसरे दिन काना गलील में एक शादी हुई। फिर तीसरे दिन काना गलील में एक शादी हुई और यीशु की माँ वहां थी और यीशु और उसके शागिर्दों को की भी उस शादी में दावत थी। और जब मैं हो चुकी तो यीशु की माँ ने उससे कहा कि उनके पास मैं नहीं रही। यीशु ने उससे कहा, ऐ औरत मुझे तुझसे क्या काम, अभी मेरा वक्त नहीं आया। उसकी माँ ने खादिमों से कहा, जो कुछ ये तुमसे कहे वो करो। वहां यहूदियों की तहारत के दस्तूर के मुआफिक पत्थर के 6 मटके रखे थे और उनमें 2-2, 3-3 मन की गुंजाइश थी। यीशु ने उनसे कहा, मटकों में पानी भर दो। बस उन्होंने उनको लबालब भर दिया। फिर उसने उनसे कहा, अब निकाल कर मेरे मजलिस के पास ले जाओ। बस वो ले गए। जब मेरे मजलिस ने वो पानी चखा जो मैं बन गया था और जानता ना था कि ये कहां से आई, मगर खादिम जिन्होंने पानी भरा था जानते थे। तो मेरे मजलिस ने दुल्हा को बुलाकर उससे कहा, हर शख्स पहले अच्छी मैं पेश करता है और ना किस उस वक्त जब पीकर छक गए, मगर तूने अच्छी मैं अब तक रख छोड़ी। ये पहला मौजज़ा यीशु ने काना गलील में दिखाकर अपना जलाल जाहिर किया और उसके शागिर्द उस पर ईमान लाए। इसके बाद वो और उसकी माँ और भाई और उसके शागिर्द कफरनहूम को गए और वहाँ चंद रोज रहे। किताब खुदा का पढ़ा जाना हमारे लिए बाइस बरकत और बाइस मुसरत और ज़िंदगी का सबब बने। दोनों हाथों को उठा के कहिए आमीन। अजीज़ बहनों भाइयों, आज हमने कलाम खुदा में से यूहन्ना रसूल की मार्फत खुदा ने यीशु की लिखी गई इंजील 2 बाब की पहली 12 आयात की तिलावत की है। और इन आयात में खुदावंद यीशु मसीह नासरी मौलाए कायनात मालिक हयात एक शादी की ज़ियाफ़त में थे और आपकी वालिदा माजिदा मुक़द्दसा माँ मरियम जो उम्मुल मोमिनीन है, जो सादिका है, जो सदीका है, ताहरा है, तय्यबा है, बतूला, हफीफा और बाकिरा है, खतून जन्नत और अफजुल निसा है, जिसे मोमिनीन की मुक़द्दसीन की माँ कहा जाता है। आप भी इस काना गलील की शादी में शामिल थे। और जब मैं हो चुकी तो मुक़द्दसा माँ मरियम खुदावंद यीशु मसीह के पास अपने लख्ते जिगर
اپنے بیٹے کے پاس آئی اور آ کے کہتی ہے کہ میں ختم ہو گئی، میں ہو چکی یا ختم ہو چکی، دونوں کے معنی یا مطلب سیم ہی ہے۔ اب یسوع مسیح کو شادی کی ضیافت میں جانا، اس ایک چیز سمجھ آتی کہ یہ شادی ان کے کسی قریبی رشتہ دار کی تھی، جو ان کے خاص جان پہچان والے بلڈ ریلیشنز میں تھے، ان کے خونی رشتوں میں شامل تھے، کسی خاص رشتہ دار کی شادی۔ آپ میں سے کتنے ہیں جن کا امین کے ساتھ کوئی خاص رشتہ ہے؟ سارے؟ میرا حال اور کوئی نہیں آئے گا، اتنے وہی بیٹھا ہے جن کے نال خاص رشتہ ہے۔ اگر یسوع مسیح وہاں پہ ہیں، مقدسہ ماں مریم وہاں پہ ہیں، تو اس کا مطلب رشتہ داری بڑی خاص تھی۔ اور خاص رشتہ داروں کا خیال کیا جاتا ہے، گھر دے وچ کنا ہے تے کنا لایا کنا پایا، کوئی آیا کی جایا، ہور دسو اگے کچھ کول ہے کہ ختم ہو گیا سارا کچھ۔ بس ایک گھر دا ایک ادھا وڈا جی چنیا جاندہ نا، جڑا دسدا کہ بھاجی اینا ماحول اینا گھر دے وچ انتظام ہے گا۔ ہن بیٹی حالی گھر ہے، کوئی نہ کوئی اوتھے بھی دو چار بھیناں دے کول بیٹھیاں، وچ جدوں آواز آئے گی تے پھر ہی جانا، تے گھر دے وچ کیڑا آ رہا کیڑا جا رہا سر دی خبر انہاں نوں ہےگی۔ ہیلو، اگر سمجھ آوے تے باجی طرح سر سور ہلا دینا تاکہ تانوں بھی پتہ لگے نا میرے جڑی گل دس رہا تانوں کوئی سمجھ بھی آ رہی ہے۔ ہیلو جی، مسیح شادی دی ضیافت چ نے، مقدسہ ماں مریم شادی دی ضیافت چ نے، تے مقدسہ ماں مریم آ کے کی کہہ رہی ہے اپنے بیٹے اپنے لختے جگر ساڈے خداوند یسوع مسیح نو کہہ رہی میں ہو چکی ہے۔ دا مطلب ماں نو کتنا خیال ہے کہ اگر میں ختم ہو گئی ہے تے خاندان نو ندامت دا، شرمندگی دا، پریشانی تے بے عزتی دا سامنا کرنا پوے گا۔ اگر ایتھے کھانے دے وچ کمی آ جائے تے خاندان واسطے شرمندگی دی گل ہوندی ہے کہ بھی سانو جے بلا لیا تے کھانے دا بھی انتظام نہیں کر سکے۔ حالانکہ گھٹ ہون گے جڑے گل نہ کرن، لیکن زیادہ تر انہیں کہن گے رات 12 بجے سی تے کھانے دی واری آئی تے جناب کھانا ہی مکا پیا۔ سو مقدسہ ماں مریم بڑی فکر مندی دے نال خداوند یسوع کو لائی ہے، کیونکہ یہودی دستور جدو تسی رسم و رواج پڑھ دے جے تے یہودی رسم و روایات دے اندر یہ چیز دی سانو گل دی سمجھ آندی ہے کہ وہ اپنے آن والے رشتہ داراں واسطے خاص موسم دے مطابق، جی میں ساڑھے گرمی ہوئے تے ساڑھے کول شربت ہے، شربت دے ویچ اسی دودھ پا کے ادا اور ٹیسٹ چینج کر لینے ہیں، گرم سردی ہوئے تے اسی چائے دا یا دودھ دا انتظام کرنے ہیں۔ سو بنی اسرائیل زیادہ تر عموماً کیونکہ وہ علاقہ نہ زیادہ گرم ہے نہ زیادہ ٹھنڈا ہے، بڑا مرطوب موسم، بڑی ایک خوشگوار موسم رہتا ہے، اور وہ اپنے آئے ہوئے مہمانوں کے لیے زیادہ تر انگوروں کا تازہ رس جسے میں کہا گیا ہے وہ پلاتے تھے، جو خاندان کی عزت ہوتی تھی، آبرو میں اضافہ ہوتا تھا، اور یہودیوں کی شادیاں 7 دن تک چلتی رہتی تھی، کیونکہ پیدل سفر ہوتے تھے، جو دور کے رشتہ دار ہوتے تھے وہ ہفتہ پہلے ہی آ جاتے تھے۔ ہون ذرا تھوڑا یا فرق ہو گیا، تسی کو 2 10 20 سال پیچھے چلے جاؤ تے جڑے ساڑھے خاص رشتہ دار ہوندے سی 2 4 دن ہفتہ پہلے ہی آ جاندے، تیل چل رہا، کار ٹولک رکھیے، کار روز ہی جشن دا سما بنیا ہے۔ سو بنی اسرائیل کی جتنی بھی ریچولز ہیں، رسومات ہیں، ان کی میرج ٹریڈیشنز ہیں، وہ ساری کی ساری ہمارے معاشرے کے ساتھ مطابقت رکھتی ہیں، ان کی مماثلت ہے، ان کے ساتھ ان کا گہرا تعلق ہے۔ سو بائبل کے مفسرین اور علماء کرام بیان کرتے ہیں کہ یہودیوں کے ہاں عموماً وہ اپنے مہمانوں کے لیے تازہ مے کا انتظام کرتے تھے، کھانے اور خوراک کا انتظام کرتے تھے۔ اگر میں ختم ہو گئی تو خاندان کے لیے شرمندگی کی بات ہے، اگر کھانا ختم ہو گیا تو خاندان کے لیے شرمندگی کی بات ہے۔ مقدسہ مریم طاہرہ، مریم صدیقہ خداوند یسوع مسیح کی والدہ مسیح کے پاس آ کے کہتی ہے میں ختم ہو چکی، which means کہ تو کچھ کر۔ خداوند یسوع مسیح کہتے ہیں ابھی میرا وقت۔ اور پھر نیچے لکھا ہوا ہے کہ وہاں یہودیوں کی طہارت کے دستور کے مطابق 6 مٹکے پڑے ہوئے تھے، جن میں 2 3 من پانی کی گنجائش تھی۔ اگر ان کو کیلکولیٹ کریں تو یہ تقریباً 600 لیٹر پلس بنتا ہے۔ کتنا؟ 600 لیٹر پلس۔ خداوند یسوع مسیح نے شاگردوں سے اور جو وہاں پہ خادم تھے ان خادموں سے کہا ان مٹکوں کو پانی سے لبالب بھر دو۔ کتنا بھر دو؟ لبالب بھر دو۔
अब वहाँ पे ना टरबाइन थी, ना हैंड पंप थे, ना डोंकी पंप थे, ना मिसाइल वाली टरबाइन थी कि इधरों बटन दबाना है तो दवा दव भरया जाना है। नो, कुओं से पानी निकालना और पानी भी मशका नाल, बोकियां नाल या बाल्टी नाल निकालना है और 600 लीटर पानी निकालना है। टास्क जो था वो आसान नहीं था। याद रखिए, खुदा ईमानदारों को कभी कोई सौखा आसान काम नहीं देता, अगर आप प्रैक्टिकल उसको करते हैं देन खुदा की मौजूजाना कुदरत काम करती है। आपको पता मुकद्दसा मरियम ने उन खादिमों से क्या कहा था? जो ये तुमसे कहे वो करो। तो और जो यीशु हमसे कहे अगर वो करेंगे तो ना नदामत सामने आएगी, ना शर्मिंदगी, बल्कि खुदा हर किस्म की शर्मिंदगी से महफूज रखेगा और मौजूजा करेगा। क्या करेगा? क्या करेगा? मौजूजा। और मौजूजा क्या है? अचंबा, अजूबा, करिश्मा, मफक्ल, फितरत काम, ऐसा काम जो इंसान को हैरान कर दे, पशेमान कर दे, इंसानी सोचो, ख्यालों, इरादों और तसव्वुरात से कोई भी काम माविरा या बालातर हो, उसको मौजूजा कहते हैं। तो खुदावंद क्या करेगा? मौजूजा करेगा। जब आप उसको प्रायोरिटी देंगे, जब आप उसको उसकी पैरवी करेंगे, जो वो कहे अगर वो करेंगे तो मौजूजा होगा। अक्सर पादरी साहब ऐसे मौक़ों पे, शादी के मौक़ों पे, जब खाने के लिए ख़ास दुआ का वक्त आता है ना, तो हम कहते हैं खुदावंद जिस तरह तूने काना गलील की शादी में मौजूजा किया, आज यहाँ पे भी मौजूजा कर। तो काना गलील की शादी में मौजूजा इसलिए हुआ था क्योंकि माँ ने कहा था जो ये कहे वो करो, जो ये कहे वो करो। अगर वो करोगे तो मौजूदा होगा। और मसीह ने क्या कहा? करो, मटकों को पानी से लबालब भर दो। लबालब का मतलब इन्ना को भर दो कि बाहर डुलन लग पवे, इतना भरना है। और भरना कहाँ से है? कुओं से। और कुएं एक किते पुराने वेले अगर तुहानू याद होए ते पिंडां दे विच सिर्फ एक ही खूह हुंदा सी किते मसा, और ਉਹਦੇ ਲੋਕੀ ਵਾਰੋ ਵਾਰੀ ਲੈਣਾ ਲੱਗ ਕੇ ਖੜੇ ਹੁੰਦੇ ਸੀ ਵੀ ਸਾਡੀ ਵਾਰੀ ਹੈ ਸਾਡੀ। ਤੇ ਸਾਡੀਆਂ ਮਾਈਆਂ ਖਾਸ ਤੌਰ ਤੇ ਬਜ਼ੁਰਗ ਮਾਵਾਂ ਸਵੇਰੇ ਸਵੇਰੇ ਜਾ ਕੇ ਖੂਹ ਦੇ ਉੱਤੇ ਲੈਣ ਲਾ ਕੇ ਖੜੀਆਂ ਸੀ, ਇਹਦੇ ਬਾਹਰ ਮੇਰਾ ਨੰਬਰ ਹੈ ਤੇ ਇਹਦੇ ਬਾਹਰ ਸਾਡਾ ਨੰਬਰ ਨਹੀਂ। ਤੇ ਅੱਜ ਜਿਹੜੇ ਲੋਕੀ ਫਿਲਟਰ ਪਾਣੀ ਪੀਂਦੇ ਨੇ, ਜਿਹੜੇ ਸ਼ਹਿਰਾਂ ਦੇ ਵਿੱਚ ਫਿਲਟਰ ਲੱਗੇ ਨੇ, ਉੱਥੇ ਵੀ ਲੈਣਾ ਲੱਗੀਆਂ ਹੁੰਦੀਆਂ ਨੇ। ਤੇ 600 ਲੀਟਰ ਪਾਣੀ ਖੂਹ ਚੋਂ ਕੱਢਣਾ ਸੀ ਤੇ ਕੱਢ ਕੇ ਮਟਕਿਆਂ ਨੂੰ ਭਰਨਾ ਸੀ। ਕੰਮ ਸੌਖਾ ਨਹੀਂ, ਲੇਕਿਨ ਜਦੋਂ ਇਹ ਮਟਕੇ ਭਰੇ ਗਏ, ਮੁਸ਼ਕਲ ਕੰਮ ਸੀ ਕੀਤਾ। ਤੇ ਮਸੀਹ ਨੇ ਕਿਹਾ ਹੁਣ ਇਹਨਾਂ ਨੂੰ ਮੇਰੇ ਮਜਲਸ ਕੋਲ, ਮੇਰੇ ਮਜਲਸ ਕੋਲ, ਜਿਵੇਂ ਇਹ ਭਾਈ ਨੇ ਜਾਂ ਕੋਈ ਇੱਕ ਹੋਰ ਤੁਸੀਂ ਸਵੇਰੇ ਵਾਸਤੇ ਕੋਈ ਨਾ ਕੋਈ ਬੰਦਾ ਮੁੰਤਖਬ ਕੀਤਾ ਹੋਣਾ, ਲੈ ਵੀ ਖਾਣੇ ਦੀ ਜ਼ਿੰਮੇਵਾਰੀ, ਖਾਣੇ ਦੀ ਜ਼ਿੰਮੇਵਾਰੀ। ਅੱਛਾ, ਉਹਨੂੰ ਮੈਂ ਦੂਰੋਂ ਹੀ ਕਹਿ ਦਿੰਦੇ ਨੇ ਮੈਂ ਤੈਨੂੰ ਕਹਾਂ ਵੀ ਨਾ ਤੇ ਸਮਝ ਜਾ ਇਸ਼ਾਰਾ ਮੇਰਾ। ਉਹਨੂੰ ਕੋਡ ਵਰਡ ਦਿੱਤਾ ਹੁੰਦਾ, ਮੈਂ ਕਹਾਂ ਵੀ ਤੇ ਕਰਨੀ ਤੂੰ ਆਪਣੀ ਹੋ, ਕਰਨੀ ਤੂੰ। ਸ਼ਾਦੀਆਂ ਤੇ ਵਿਆਹਾਂ ਤੇ ਕੀਕਿਆਂ ਤੇ ਫੰਕਸ਼ਨਾਂ ਤੇ ਬਾਜਾ ਸਾਹਿਬ ਇੱਕ ਅੱਧਾ ਬੰਦਾ ਘਰ ਦਾ ਸਰਪੰਚ ਸਾਹਿਬ ਅਸਾ ਰੱਖਿਆ ਹੈ ਜਿਹੜਾ ਖਾਣੇ ਪੀਣੇ ਦਾ ਮੁਤਬਰ ਆਦਮੀ ਹੈ। ਉਹਨੇ ਹੀ ਡੋਰਾ ਫੜਨਾ ਤੇ ਕੁਝ ਕਰਨਾ ਜਾਂ ਉਹਨੇ ਆਰਡਰ ਦੇਣਾ, ਲੋ ਵੀ ਦੇ ਦਿਓ, नहीं तो किसी की जरूरत नहीं। तो मेरे मजलिस से मुराद जो हेड वेटर था, सप्लाई करता था, खाना आगे ट्रांसफर करता था। जब इसने पहले चखा, क्योंकि ये खाने वाला सबसे पहले वर्ताउन वाला सब तो पहले चेक करता है कि भी टेस्ट ठीक भी है।